अस्सलाम वालेकुम। मैं भाईजान अतीक इस्लाम ते अज मैं जीएन कैटल फार्म ते मौजूद हाँ। जीएन कैटल फार्म ते एज यूजुअल साडी मुलाकात हो रही है डॉक्टर अली रज़ा साहब नाल। डॉक्टर अली रज़ा साहब तुहाडे सामने पिछे गोट फार्मिंग ते मौजूद आ, बकरियां दे कोल मौजूद आ, उन्हां दे बच्चे प्यारे प्यारे तुहाडे सामने स्क्रीन ते नज़र आ रहे हैं। अच्छा, डॉक्टर साहब ने तकरीबन सारी बकरियां जिन्नियां तुहानूं नज़र आ रही ने ਸ਼ੈੱਡ ਦੇ ਵਿੱਚ ਤਕਰੀਬਨ 80 ਤੋਂ 100 ਜਾਨਵਰ ਨੇ। ਇਹਨਾਂ ਬੱਕਰੀਆਂ ਨੂੰ 3 ਸਾਲ ਦੇ ਵਿੱਚ ਛੋਟੇ ਤੋਂ ਵੱਡਾ ਕੀਤਾ ਹੈ ਤੇ ਛੋਟੇ ਤੋਂ ਵੱਡਾ ਕਰਨ ਦੇ ਵਿੱਚ ਡਾਕਟਰ ਸਾਹਿਬ ਦਾ ਵਸੀ ਤਜਰਬਾ, ਯਾਨੀ ਕਿ ਅਗਰ ਤੁਸੀਂ ਛੋਟੇ ਬੱਚੇ ਪਾਲਨੇ ਨੇ ਤਾਂ ਅੱਜ ਦੀ ਵੀਡੀਓ ਛੋਟੇ ਬੱਚਿਆਂ ਦੇ ਉੱਤੇ ਆ ਕਿ 3 ਮਹੀਨੇ ਦਾ ਇਹਨਾਂ ਦਾ ਕੀ ਪ੍ਰੋਟੋਕੋਲ ਆ ਔਰ ਅਸੀਂ ਇਹਨਾਂ ਬੱਚਿਆਂ ਦੇ ਵਿੱਚ ਸ਼ਰਅ ਅਮਵਾਤ ਨੂੰ ਕਿੱਦਾਂ ਘੱਟ ਕਰ ਸਕਦੇ ਹਾਂ। ਤਾਂ ਅੱਜ ਦੀ ਮੁਲਾਕਾਤ ਡਾਕਟਰ ਸਾਹਿਬ ਨਾਲ ਹੋਣ ਲੱਗੀ ਆ ਔਰ ਇਸ ਮੁਲਾਕਾਤ ਤੋਂ ਪਹਿਲੇ ਮੈਂ ਸਾਰੇ ਦੋਸਤਾਂ ਨੂੰ ਕਹਾਂਗਾ ਕਿ ਜਨਾਬ ਚੈਨਲ ਨੂੰ ਸਬਸਕ੍ਰਾਈਬ ਕਰਨ, ਬੈਲ ਆਈਕਨ ਨੂੰ ਦਬਾਉਣ ਤੇ ਇੱਥੇ ਸੋਹਣੇ ਸੋਹਣੇ ਕਮੈਂਟਸ ਕਰੋ, ਥੱਲੇ ਸਵਾਲਾਤ ਆਪਣੇ ਭੇਜੋ ਤਾਂ ਕਿ ਮੈਂ ਉਹਨਾਂ ਸਵਾਲਾਤ ਦੇ ਉੱਤੇ ਦੁਬਾਰਾ ਵੀਡੀਓ ਬਣਾ ਕੇ ਦਵਾਂ। अस्सलाम वालेकुम। वालेकुम अस्सलाम। डॉक्टर साहब की हाल है? ठीक हो? अल्हम्दुलिल्लाह जी, तुसी सुनाओ ठीक हो? अल्हम्दुलिल्लाह। डॉक्टर साहब पिछली वारी जनाब लोगों ने मेरा ख्याल है कि ਤੁਹਾਨੂੰ ਬੜੇ ਫੋਨ ਕੀਤੇ ਹੋਣੇ ਨੇ, जी जी बहुत ਬੜਾ ਪਿਆਰ ਮੁਹੱਬਤ ਵੀ ਦਿੱਤਾ ਹੋਣਾ। जी जी बिल्कुल। ਅੱਛਾ, ਜਿਹੜੇ ਬੰਦੇ ਰਾਤ ਦੇ ਤਕਰੀਬਨ 12 ਵਜੇ ਪਿਆਰ ਮੁਹੱਬਤ ਦੇਣ ਲੱਗ ਪੈਂਦੇ ਫੋਨ ਕਰਕੇ, ਉਹਨਾਂ ਦੇ ਬਾਰੇ ਤੁਹਾਡੀ ਕੀ ਰਾਏ ਹੈ? बस जी कोई मसला नहीं, बेशक वो रात 2 बजे भी करन ते कोई नहीं, हाजिर हां। ਅੱਛਾ ਡਾਕਟਰ ਸਾਹਿਬ, ਇਹ ਤਾਂ ਤੁਸੀਂ ਦਿਲ ਖੁੱਲ੍ਹੇ ਵਾਲੀ ਗੱਲ ਕਰ ਦਿੱਤੀ ਹੈ। बिल्कुल कोई मसला नहीं। ਠੀਕ ਹੋ ਗਿਆ। ਡਾਕਟਰ ਸਾਹਿਬ ਇਹ ਦੱਸਿਓ ਕਿ ਜਿਹੜੇ ਬੱਚੇ ਪਾਲਣੇ ਹੁੰਦੇ ਨੇ, ਲੋਕੀ ਜਿਹੜੇ ਨਵੇਂ ਆਣੇ ਚਾਹੁੰਦੇ ਨੇ ਕੰਮ ਦੇ ਵਿੱਚ ਔਰ ਉਹਨਾਂ ਨੂੰ ਬੱਚੇ ਪਾਲਣ ਦਾ ਨਹੀਂ ਪਤਾ ਹੁੰਦਾ, ਤੁਸੀਂ ਇਹ ਦੱਸੋ ਕਿ ਬੱਚੇ 3 ਮਹੀਨੇ ਦਾ ਸ਼ੁਰੂ ਤੋਂ ਲਾ ਕੇ ਆਖਰ ਤੱਕ ਪ੍ਰੋਟੋਕੋਲ ਕੀ ਹੈ, ਵੈਕਸੀਨ ਕੀ ਹੈ, ਦਵਾਈਆਂ ਕੀ ਹੈ, ਇਹਨਾਂ ਨੂੰ ਬਿਮਾਰੀਆਂ ਕਿਹੜੀਆਂ ਆ ਸਕਦੀਆਂ ਤੇ ਕੀ ਪ੍ਰੋਟੋਕੋਲ ਹੈ, ਉਹ ਜ਼ਰਾ ਦੱਸਿਓ। जी जी ਬੱਚੇ ਪਾਲਣ ਦਾ ਅਸਲ 'ਚ ਜਿਹੜਾ ਤਰੀਕਾ ਨਾ, ਉਹ ਸਭ ਤੋਂ ਪਹਿਲੇ ਦੇਖਣਾ ਤੇ ਹੁੰਦਾ ਹੈ ਕਿ ਬੱਕਰੀ ਜਿਹੜੀ ਇਹਨਾਂ ਦੀ ਮਾਂ ਹੈ ਨਾ, ਉਹਦੀ ਫੀਡਿੰਗ ਅੱਛੀ ਹੋਵੇ। ਅੱਛਾ। ਉਹਦੀ ਖੁਰਾਕ ਜਦੋਂ ਅੱਛੀ ਹੋਏਗੀ, ਬੱਚਾ ਵੀ ਸਿਹਤਮੰਦ ਪੈਦਾ ਹੋਏਗਾ ਔਰ ਉਹ ਦੁੱਧ ਵੀ ਦੇਗੀ। ਜਦੋਂ ਬੱਕਰੀ ਥੱਲੇ ਦੁੱਧ ਹੋਏਗਾ ਤੇ ਉਹ ਬੱਚਾ ਜਿਹੜਾ ਨਾ ਆਟੋਮੈਟਿਕਲੀ ਤੁਹਾਡਾ ਸਹੀ ਪਲ ਜਾਏਗਾ। ਤੇ ਬਿਹਤਰ ਸਭ ਤੋਂ ਪਹਿਲੇ ਇਹੀ ਹੈ ਕਿ ਮਾਂ ਜਿਹੜੀ ਉਹਨੂੰ ਵੈਕਸੀਨ ਵੀ ਕੀਤੀ ਜਾਏ। ਅੱਛਾ। ਜਿਹੜੀਆਂ ਇਹਨਾਂ ਦੀਆਂ ਵੈਕਸੀਨਾਂ ਹੈ, ਈਟੀਵੀ ਹੈ, ਮੂੰਹ ਖੁਰ ਹੈ, ਪੀਪੀਆਰ ਹੈ, ਸੀਸੀਪੀਪੀਏ, ਉਹ ਵੈਕਸੀਨਾਂ ਇਹਨਾਂ ਨੂੰ ਕੀਤੀਆਂ ਜਾਣ ਬੱਕਰੀ ਨੂੰ ਜਦੋਂ ਲਾਸਟ ਮੰਥ ਆਖਰੀ ਮਹੀਨੇ ਉਹ ਪ੍ਰੈਗਨੈਂਟ ਹੋਵੇ, ਗੱਭਣ ਹੋਵੇ। ਆਖਰੀ ਮਹੀਨੇ ਦੇ ਵਿੱਚ ਕਿੰਨੀਆਂ ਵੈਕਸੀਨ ਕਰਨੀਆਂ, ਕਿਹੜੀਆਂ ਕਿੱਦਾਂ ਕਰਨੀਆਂ? ਸਭ ਤੋਂ ਜਿਹੜੀ ਜ਼ਰੂਰੀ ਵੈਕਸੀਨ ਹੈ ਨਾ, ਉਹ ਤੁਸੀਂ ਈਟੀਵੀ ਦੀ ਕਰਨੀ ਹੈ। ਅੱਛਾ। ਜਿਹਨੂੰ ਆਮ ਅਲਫਾਜ਼ ਵਿੱਚ ਨਾ ਪਿੱਤੇ ਵਾਲੀ ਵੈਕਸੀਨ ਵੀ ਕਿਹਾ ਜਾਂਦਾ ਹੈ। ਅੱਛਾ। ਉਹ ਗਵਰਨਮੈਂਟ ਕਰ ਦਿੰਦੀ ਹੈ ਬਿਲਕੁਲ ਫ੍ਰੀ। ਅੱਛਾ। ਤੇ ਨਹੀਂ ਜਿਨ੍ਹਾਂ ਕੋਲ ਨਾ ਅਵੇਲੇਬਲ ਹੋਵੇ ਸਰਕਾਰੀ, ਉਹ ਫਿਰ ਆਪਣੀ ਪ੍ਰਾਈਵੇਟ ਲੈ ਕੇ ਵੀ ਕਰ ਸਕਦੇ ਨੇ। ਆਖਰੀ ਮਹੀਨੇ ਉਹ ਵੈਕਸੀਨ ਬਹੁਤ ਜ਼ਰੂਰੀ ਹੈ। ਅੱਛਾ। ਉਹ ਸਭ ਇਸ ਲਈ ਜ਼ਰੂਰੀ ਹੈ ਕਿ ਬੱਚਾ ਜਿਹੜਾ ਨਾ ਪੈਦਾ ਹੁੰਦਾ ਹੈ, ਅਕਸਰ ਫਾਰਮਰ ਕਹਿੰਦੇ ਨੇ ਕਿ ਪਤਾ ਵੀ ਨਹੀਂ ਚੱਲਿਆ, ਸਵੇਰ ਦੁੱਧ ਪੀਤਾ ਤੇ ਉਹ ਲੇਟ ਕੇ ਤੜਫਿਆ, ਦਰਦ ਵਾਲੇ ਸਾਈਨ ਸਿੰਪਟਮ ਸ਼ੋ ਕਰਾਏ ਔਰ ਮਰ ਗਿਆ। ਅੱਛਾ। ਉਹਦੀ ਬੜੀ ਵਜ੍ਹਾ ਜਿਹੜੀ ਹੁੰਦੀ ਹੈ ਨਾ, ਉਹ ਕਲਸਟ੍ਰੀਡੀਅਲ ਇਨਫੈਕਸ਼ਨ ਹੁੰਦਾ। ਠੀਕ ਹੋ ਗਿਆ। ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਜਦੋਂ ਬੱਕਰੀ ਗੱਭਣ ਹੋਵੇ ਨਾ 4 ਮਹੀਨੇ ਦੀ, ਤੇ ਉਹਨੂੰ ਵੈਕਸੀਨ ਕਰ ਦਿੱਤੀ ਜਾਏ ਈਟੀਵੀ ਦੀ। ਅੱਛਾ। ਉਸ ਤੋਂ ਬਾਅਦ ਜਦੋਂ ਬੱਚੇ ਪੈਦਾ ਹੋ ਜਾਣ, ਬੱਕਰੀ ਨੂੰ ਅੱਛੀ ਖੁਰਾਕ ਦੇ ਕੇ ਤੁਸੀਂ ਬੱਚੇ ਲੈ ਲੈਣ। ਬੱਚਿਆਂ ਨੂੰ ਦੁੱਧ ਪਿਲਾਣਾ ਹੁੰਦਾ। ਸਭ ਤੋਂ ਪਹਿਲੇ ਇਹਨਾਂ ਦਾ ਆ ਜਾਂਦਾ ਕੋਲੈਸਟਰਮ, ਜਿਹਨੂੰ ਆਪਾਂ ਬੋਲੀ ਕਹਿੰਦੇ ਆ। ਠੀਕ ਹੈ। ਉਹ ਬੋਲੀ ਜਿਹੜੀ ਉਹ ਦਿਨ ਦੇ ਵਿੱਚ ਨਾ ਕਮ ਸੇ ਕਮ 4 ਦਫਾ ਪਿਲਾਈ ਜਾਏ ਇਹਨਾਂ ਨੂੰ। ਠੀਕ ਹੈ। ਕਿਉਂਕਿ ਉਹਦੇ ਵਿੱਚ ਇਹਨਾਂ ਲਈ ਇਮਿਊਨਿਟੀ ਹੁੰਦੀ ਹੈ, ਮਾਂ ਦੀ ਤਰਫੋਂ ਸਮਝੋ ਇਹਨਾਂ ਨੂੰ ਇੱਕ ਨਾ ਕੂਵਤ-ਏ ਮੁਦਾਫਿਅਤ ਮਿਲ ਰਹੀ ਹੁੰਦੀ ਹੈ ਕਿ ਇਸ ਦੁਨੀਆ 'ਚ ਆਏ ਨੇ ਬੱਚੇ, ਇਹਨਾਂ ਨੇ ਕਿਵੇਂ ਸਰਵਾਈਵ ਕਰਨਾ ਹੈ ਬਿਮਾਰੀਆਂ ਦੇ ਖਿਲਾਫ। ਉਹ ਜ਼ਰੂਰੀ ਹੈ ਤੁਸੀਂ 4 ਤੋਂ 5 ਦਫਾ ਜਿਹੜਾ ਨਾ ਦਿਨ 'ਚ 2-2, 4-4, 3-3 ਘੰਟੇ ਦੇ ਵਕਫੇ ਨਾਲ ਨਾ ਇਹਨਾਂ ਨੂੰ ਪਿਲਾਈ ਜਾਵੇ, ਥੋੜੀ ਥੋੜੀ ਕਰਕੇ। ਠੀਕ ਹੈ। ਉਸ ਤੋਂ ਬਾਅਦ ਜਿਹੜਾ 3 ਦਿਨ ਤੇ ਇਹਨਾਂ ਦੀ ਤਕਰੀਬਨ ਬੋਲੀ ਚੱਲਦੀ ਰਹਿੰਦੀ ਹੈ, ਉਸ ਤੋਂ ਅੱਗੇ ਦੁੱਧ ਸ਼ੁਰੂ ਹੋ ਜਾਂਦਾ। ਫਿਰ ਤੁਸੀਂ 3 ਟਾਈਮ ਇਹਨਾਂ ਨੂੰ ਦੁੱਧ ਪਿਲਾਣਾ। ਠੀਕ ਹੈ। 3 ਟਾਈਮ ਦੁੱਧ ਪਿਲਾਣਾ, ਮਹੀਨਾ ਪੂਰਾ ਤੁਸੀਂ ਇਹਨਾਂ ਨੂੰ ਜਿਹੜਾ ਨਾ 3 ਟਾਈਮ ਦੁੱਧ ਪਿਲਾਓ। ਤੇ ਕਿੰਨਾ ਕਿੰਨਾ? ਉਹ ਦੁੱਧ ਜਿਹੜਾ ਬੱਕਰੀ ਦੇ ਹਿਸਾਬ ਨਾਲ ਹੈ, ਜਿਵੇਂ ਸਾਡੇ ਕੋਲ ਹੈ ਬੱਕਰੀਆਂ, ਇਹਨਾਂ ਦਾ ਤਕਰੀਬਨ ਨਾ ਐਵਰੇਜ 1 ਕਿਲੋ ਦੁੱਧ ਹੈ ਫੀ ਬੱਕਰੀ ਥੱਲੇ। ਉਹ ਫਿਰ ਉਹ 1 ਕਿਲੋ ਨੂੰ ਅਸੀਂ 3 ਟਾਈਮ ਤੇ ਡਿਵਾਈਡ ਕੀਤਾ ਹੋਇਆ। ਅੱਛਾ। ਹਾਂਜੀ। ਉਹ ਸਮਝੋ 1.5 ਪਾ ਨਾ, ਯਾਨੀ 2 ਬੱਚੇ ਨੇ ਤੇ 2 ਬੱਚਿਆਂ ਨੂੰ ਮਿਕਦਾਰ ਜੀ ਕਿਸੇ ਦਾ 2 ਬੱਚੇ ਨੇ, ਕਿਸੇ ਦਾ 1 ਬੱਚਾ ਹੈ। ਉਹ ਬੱਚਾ ਜਿਹੜਾ ਨਾ 1 ਮਹੀਨੇ ਦਾ ਹੈ, ਇਹ ਜਿਹੜਾ ਬੱਚਾ ਹੈ ਤਕਰੀਬਨ 1 ਦਿਨ ਦੇ ਵਿੱਚ ਨਾ 1 ਕਿਲੋ ਦੁੱਧ ਪੀ ਜਾਂਦਾ। ਅੱਛਾ। ਹਾਂਜੀ। ਉਹ ਇਸ ਤਰ੍ਹਾਂ ਇਹਨਾਂ ਨੂੰ ਫਿਰ ਮਹੀਨੇ ਤੱਕ ਨਾ ਤੁਸੀਂ ਇਹਨਾਂ ਨੂੰ ਦੁੱਧ ਪਿਲਾਣਾ। ਉਹਦੇ ਨਾਲ ਜਿਹੜੀ ਮੇਨ ਚੀਜ਼ ਹੈ, ਇਹਨਾਂ ਨੂੰ ਮਿੱਟੀ ਤੋਂ ਬਚਾਉਣਾ। ਅੱਛਾ। ਜਿਵੇਂ ਹੀ ਇਹ 4-5 ਦਿਨ ਦੇ ਹੁੰਦੇ ਨਾ, ਇਹ ਮੂੰਹ ਮਾਰਨ ਲੱਗ ਪੈਂਦੇ ਨੇ, ਇੱਧਰ ਉੱਧਰ ਮਿੱਟੀ ਖਾਂਦੇ ਨੇ। ਉਹ ਮਿੱਟੀ ਤੋਂ ਇਹਨਾਂ ਨੂੰ ਬਚਾਉਣਾ। ਮਿੱਟੀ ਖਾਂਦੇ ਨੇ, ਫਿਰ ਡਾਇਰੀਆ ਹੁੰਦਾ। ਡਾਇਰੀਆ ਜਦੋਂ ਹੋ ਜਾਂਦਾ ਤਾਂ ਫਿਰ ਉਹ ਸਮ ਟਾਈਮ ਕੰਟਰੋਲ ਨਹੀਂ ਹੁੰਦਾ। ਮਿੱਟੀ ਤੋਂ ਬਚਾਉਣ ਵਾਸਤੇ ਬੈਸਟ ਚੀਜ਼ ਹੈ ਪਿੰਜਰਾ ਜਿਹੜਾ ਬਣਿਆ ਹੋਇਆ ਹੈ। ਬਿਲਕੁਲ ਬੈਸਟ ਚੀਜ਼ ਹੈ ਪਿੰਜਰਾ ਹੈ, ਜਾਂ ਫਿਰ ਤੁਸੀਂ ਅਗਰ ਸਫਾਈ ਸੁਥਰਾਈ ਕਰ ਸਕੋ ਤੇ ਇਹਨਾਂ ਨੂੰ ਓਪਨ ਵੀ ਰੱਖ ਸਕਦੇ ਹੋ, ਲੇਕਿਨ ਫਿਰ ਥੱਲੇ ਜਿਹੜਾ ਨਾ ਉਹ ਤੁਹਾਨੂੰ ਪਰਾਲੀ ਜਾਂ ਕੋਈ ਤੂੜੀ ਵਗੈਰਾ ਥੱਲੇ ਵਿਛਾਣੀ ਪੈਣੀ ਹੈ। ਉਹਦੀ ਫਿਰ ਸਫਾਈ ਜ਼ਿਆਦਾ ਕਰਨੀ ਪੈਂਦੀ ਹੈ। ਬਿਹਤਰ ਤਰੀਕਾ ਹੈ, ਇਹਦੇ 'ਚ ਖਰਚਾ ਤੇ ਹੋ ਜਾਂਦਾ,
ਲੇਕਿਨ ਇਹ ਸਭ ਤੋਂ ਬਿਹਤਰ ਤਰੀਕਾ ਹੈ। ਇਹ ਪਲਾਸਟਿਕ ਦੇ ਪੈਲਟ ਇਹ 2x2 ਦੇ ਤਕਰੀਬਨ ਅਸੀਂ 4 ਪੈਲਟ ਲਾਏ ਹੋਏ ਆ ਵਿੱਚ। ਠੀਕ ਹੈ। ਇਹ ਜਿਹੜਾ ਨਾ ਇਹਨਾਂ ਵਿੱਚ ਤੁਸੀਂ ਦੇਖ ਸਕਦੇ ਹੋ ਸੁਰਾਖ, ਇਹ ਜਦੋਂ ਬਹਿੰਦੇ ਆ ਪਿਸ਼ਾਬ ਜਾਂ ਮੇਂਗਣਾ ਕਰਦੇ ਉਹ ਥੱਲੇ ਚਲੀਆਂ ਜਾਂਦੀਆਂ, ਉਹ ਸਫਾਈ ਵੀ ਆਸਾਨੀ ਨਾਲ ਹੋ ਜਾਂਦੀ ਹੈ, ਇਹਨਾਂ ਨੂੰ ਵੀ ਸਾਫ਼ ਸੁਥਰਾ ਮਾਹੌਲ ਬਣ ਜਾਂਦਾ। ਅੱਛਾ ਡਾਕਟਰ ਸਾਹਿਬ, ਇਹਨਾਂ ਦੀ ਵੈਕਸੀਨ ਦੇ ਬਾਰੇ ਦੱਸੋ ਜੀ। ਵੈਕਸੀਨ ਜਿਹੜੀ ਸਭ ਤੋਂ ਅਹਿਮ ਵੈਕਸੀਨ ਆ ਇਹਨਾਂ ਦੀ, ਉਹ ਤੇ ਕਲਸਟ੍ਰੀਡੀਆ ਦੀ ਜਿਹੜੀ ਮੈਂ ਤੁਹਾਨੂੰ ETV ਦੱਸੀ ਹੈ, ਉਹ ਤੇ ਇਹਨਾਂ ਦੀ ਮਾਂ ਨੂੰ ਲਾ ਦੇਣੀ ਹੈ। ਉਹ ਮਾਂ ਦੀ ਤਰਫੋਂ ਹੀ ਇਹਨਾਂ ਨੂੰ ਕੁਵਤ ਮੁਦਾਫਤ ਮਿਲ ਜਾਣੀ। ਠੀਕ ਹੋ ਗਿਆ। ਉਸ ਤੋਂ ਬਾਅਦ ਜਦੋਂ ਇਹ ਹੋ ਜਾਣਗੇ ਨਾ 35 ਤੋਂ 40 ਦਿਨ ਦੇ, ਫਿਰ ਇਹਨਾਂ ਨੂੰ ਤੁਸੀਂ ਪਹਿਲਾ ਸ਼ਾਟ ਜਿਹੜਾ ਨਾ ਉਹ ਤੁਸੀਂ ETV ਦਾ ਦੇਣਾ ਇਹਨਾਂ ਨੂੰ। ਅੱਛਾ। ਉਸ ਤੋਂ ਪਹਿਲੇ ਇਹਨਾਂ ਦੀ ਕੋਈ ਵੈਕਸੀਨ ਨਹੀਂ, ਤੁਸੀਂ ਸਿਰਫ ਇਹਨਾਂ ਨੂੰ ਬੋਲੀ ਪਿਲਾਣੀ ਹੈ। ਅੱਛਾ। ਉਸ ਤੋਂ ਬਾਅਦ ਇਹਨਾਂ ਨੂੰ ਦੁੱਧ ਪ੍ਰਾਪਰ ਦੇਣਾ। ਠੀਕ ਹੈ। ਸਵੇਰ ਦੁਪਹਿਰ ਸ਼ਾਮ। ਔਰ ਨਾਲ ਜਿਹੜੀ ਸਭ ਤੋਂ ਮੇਨ ਚੀਜ਼, ਜਦੋਂ ਤੁਸੀਂ ਮਿੱਟੀ ਤੋਂ ਬਚਾ ਲਓਗੇ ਨਾ, ਫਿਰ ਇਹਨਾਂ ਨੂੰ ਜਿਹੜਾ ਨਾ ਇਹਨਾਂ ਦੀ ਭੁੱਖ ਵਧ ਜਾਂਦੀ ਹੈ, ਦੁੱਧ ਦੇ ਨਾਲ ਸਮ ਟਾਈਮ ਗੁਜ਼ਾਰਾ ਨਹੀਂ ਹੁੰਦਾ ਇਹਨਾਂ ਦਾ, ਫਿਰ ਇਹਨਾਂ ਨੂੰ ਵੰਡਾ ਦੇਣਾ। ਅੱਛਾ। ਇਹ ਦੇਖੋ ਤੁਹਾਡੇ ਸਾਹਮਣੇ ਵੰਡਾ ਖਾ ਰਹੇ ਆ। ਇਹਨਾਂ ਨੂੰ ਚੋਕਰ ਤੋਂ ਸਟਾਰਟ ਕਰ ਲਵੋ ਤੁਸੀਂ। ਚੋਕਰ ਥੋੜੀ ਥੋੜੀ ਇਹਨਾਂ ਨੂੰ ਪਾਣੀ ਸ਼ੁਰੂ ਕਰੋ। ਜਦੋਂ ਇਹਨਾਂ ਦੀ ਆਦਤ ਬਣ ਜਾਵੇ ਫਿਰ ਇਹਨਾਂ ਨੂੰ ਨਾਲ ਜਿਹੜਾ ਨਾ ਕਿਡ ਸਟਾਰਟਰ ਵੀ ਵੈਸੇ ਮਾਰਕੀਟ 'ਚ ਮਿਲ ਜਾਂਦਾ, ਜਿਹੜਾ ਸਪੈਸ਼ਲ ਇਹਨਾਂ ਦਾ ਬਣ ਰਿਹਾ ਬੱਕਰੀਆਂ ਦੇ ਬੱਚਿਆਂ ਲਈ। ਅਸੀਂ ਜਿਹੜਾ ਨਾ ਖਾਨਪੁਰ ਤੋਂ ਮੰਗਵਾ ਰਹੇ ਆ, ਇਹ ਮਾਸ਼ਾਅੱਲਾ ਬਿਹਤਰੀਨ ਹੈ ਵੰਡਾ, ਬੱਕਰੀਆਂ ਨੂੰ ਵੀ ਦੇ ਰਹੇ ਆ। ਇਹ ਕਿਸ ਨਾਮ ਦਾ ਵੰਡਾ? ਕੋਈ ਵੰਡਾ ਤਾਂ ਦੱਸੋ। ਇਹ ਆ ਰਿਹਾ ਹੈ ਮਿਕਸ ਗਰੋਵਰ ਦੇ ਨਾਮ ਤੋਂ। ਮਿਕਸ ਗਰੋਵਰ? ਜੀ ਜੀ। ਕਿਹੜੀ ਕੰਪਨੀ ਦਾ ਵਾ? ਇਹ ਕੰਪਨੀ ਨਹੀਂ ਹੈ, ਬਸ ਇੱਕ ਨਾ ਲੋਕਲ ਹੀ ਤਿਆਰ ਕਰ ਰਹੇ ਆ ਭਾਈ। ਅੱਛਾ। ਉਹ ਅਗਰ ਕੋਈ ਰਾਬਤਾ ਕਰੇਗਾ ਲੈਣਾ ਚਾਹੇ। ਇਹਦੇ ਵਿੱਚ ਚੀਜ਼ਾਂ ਕੀ ਕੀ ਨੇ, ਥੋੜਾ ਆਵਾਮ ਨੂੰ ਦੱਸ ਦਿਓ। ਇਹਨਾਂ ਵਿੱਚ ਚੀਜ਼ਾਂ ਸਨਫਲਾਵਰ ਹੈ, ਸੂਰਜਮੁਖੀ ਹੈ, ਮਕਈ ਦਾ ਦਲੀਆ ਹੈ, ਅੱਛਾ, ਗੰਦਮ ਦਾ ਦਲੀਆ ਹੈ, ਚੋਕਰ ਹੈ, ਚਨੇ ਦਾ ਕਰਾ ਹੈ। ਅੱਛਾ। ਇਹ ਚੀਜ਼ਾਂ ਉਹਨਾਂ ਨੇ ਐਡ ਕਰਕੇ। ਇਹਦੇ ਵਿੱਚ ਕਿਹੜੀਆਂ ਚੀਜ਼ਾਂ ਕਿੰਨੀਆਂ ਪਾਣੀਆਂ ਨੇ ਉਹ ਬਾਅਦ ਚ ਦੱਸਾਂਗੇ ਆਪਾਂ। ਹਾਂਜੀ, ਉਹ ਇਨਸ਼ਾਅੱਲਾ ਬਾਅਦ ਵਿੱਚ ਦੱਸ ਦਾਂਗੇ, ਜਾਂ ਉਹ ਜਿਹੜੇ ਫਾਰਮੂਲੇਸ਼ਨ ਕਰ ਰਹੇ ਆ ਉਹਨਾਂ ਦਾ ਨੰਬਰ ਦੇ। ਉਸ ਤੋਂ ਬਾਅਦ ਇਹ ਮਹੀਨਾ ਇਹਨਾਂ ਨੂੰ ਜਿਹੜਾ ਨਾ ਤੁਸੀਂ ਦੁੱਧ ਪਿਲਾਣਾ, ਵੰਡਾ ਦੇਣਾ ਨਾਲ। ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਐਡ ਕਰਨੀ ਤੁਸੀਂ ਜੀ, ਉਹ ਹੈ ਲੂਸਣ ਦੀ ਹੈ। ਲੂਸਣ ਦੀ ਹੈ, ਖੁਸ਼ਕ ਲੂਸਣ। ਅੱਛਾ। ਪੰਜਾਬੀ ਜਿਹਨੂੰ ਖੁਸ਼ਕ ਲੂਸਣ ਕਹਿੰਦੇ ਆ, ਸੁੱਕਿਆ ਹੋਇਆ ਲੂਸਣ ਹੁੰਦਾ ਉਹ ਜਿਹੜਾ ਨਾ, ਉਹ ਇਹਨਾਂ ਨੂੰ ਸਟਾਰਟ ਕਰਨਾ। ਜਦੋਂ ਇਹ ਹਫਤੇ 10 ਦਿਨ ਦੇ ਹੋ ਜਾਣ ਨਾ, ਇਹਨਾਂ ਨੂੰ ਉਹ ਵੀ ਨਾਲ ਥੋੜਾ ਥੋੜਾ ਐਡ ਕਰ ਦੇਣਾ। ਮੈਂ ਤੇ ਡਾਕਟਰ ਸਾਹਿਬ ਇਹ ਸੁਣਿਆ ਸੀਗਾ, ਕਈਆਂ ਲੋਕਾਂ ਨੂੰ ਸੁਣਿਆ ਕਿ 3 ਮਹੀਨੇ ਤੱਕ ਜਨਾਬ ਤੁਸੀਂ ਕੁਝ ਵੀ ਨਾ ਦਿਓ ਇਹਨਾਂ ਨੂੰ। ਨਹੀਂ 3 ਮਹੀਨੇ ਇਹਨਾਂ ਨੂੰ ਜਿਹੜਾ ਨਾ ਬੱਕਰੀ ਦੁੱਧ ਨਹੀਂ ਇੰਨਾ ਦੇ ਸਕਦੀ। ਅੱਛਾ। ਇਹਨਾਂ ਦੀ ਜ਼ਰੂਰਤ ਜਿਹੜੀ ਹੈ ਨਾ ਉਹ ਵੱਧ ਜਾਂਦੀ ਹੈ। ਯਾਨੀ ਹਰ ਨਸਲ ਦਾ ਅਲੱਗ-ਅਲੱਗ ਦੁੱਧ? ਜੀ ਜੀ, ਬਿਲਕੁਲ ਇਵੇਂ ਹੀ ਹੈ। ਕੋਈ ਵੀ ਬੱਕਰੀ, ਕਿਉਂਕਿ ਮਹੀਨੇ ਬਾਅਦ ਤੇ ਦੁਬਾਰਾ ਗੱਭਣ ਹੋ ਜਾਣਾ ਹੁੰਦਾ ਬੱਕਰੀਆਂ ਨੇ। ਅੱਛਾ। ਤੇ ਉਹ ਫਿਰ ਜਦੋਂ 3 ਮਹੀਨੇ ਦੀ ਹੋਏਗੀ, ਮਤਲਬ ਬੱਚਾ 3 ਮਹੀਨੇ ਦਾ ਹੋਣਾ, ਤਾਂ ਬੱਕਰੀ 2 ਮਹੀਨੇ ਦੀ ਪ੍ਰੈਗਨੈਂਟ ਹੋਣੀ ਉਸ ਟਾਈਮ। ਅੱਛਾ। ਤੇ ਉਹ ਫਿਰ ਕਿਵੇਂ ਇਹਨਾਂ ਦੀ ਦੁੱਧ ਦੀ ਜ਼ਰੂਰਤ ਪੂਰੀ ਕਰੇਗੀ। ਅੱਛਾ। ਇਸ ਤੋਂ ਇਹਨਾਂ ਨਾਲ ਨਾ ਚੋਕਰ ਤੇ ਵੰਡਾ ਜਿਹੜਾ ਉਹ ਤੁਸੀਂ ਐਡ ਕਰ ਦੇਣਾ 10 ਦਿਨ ਬਾਅਦ। 10 ਦਿਨ ਬਾਅਦ ਐਡ ਕਰ ਦੇਣਾ। ਪਾਣੀ ਇਹਨਾਂ ਦੇ ਅੱਗੇ ਰੱਖ ਦੇਣਾ। ਠੀਕ ਹੈ। ਇਹ ਜਿਹੜਾ ਨਾ ਪਾਣੀ ਵੀ ਪੀਣਗੇ, ਵੰਡਾ ਵੀ ਖਾਣਗੇ। ਆ ਤੁਹਾਡੇ ਸਾਹਮਣੇ ਹੀ ਖਾ ਰਹੇ ਨੇ ਮਾਸ਼ਾਅੱਲਾ। ਅੱਛਾ ਡਾਕਟਰ ਸਾਹਿਬ, ਤੁਸੀਂ 2 ਤੋਂ 3 ਕਿਸਮ ਦੀ ਵੈਕਸੀਨ ਦੱਸਤੀ। ਮੈਂ ਇੱਥੇ ਇੱਕ ਛੋਟਾ ਜਿਹਾ ਯਾਨੀ ਬੱਚਾ ਦੇਖਿਆ, ਉਹਦੀ ਅੱਖ 'ਚੋਂ ਪਾਣੀ ਆ ਰਿਹਾ, ਤੇ ਅੱਖਾਂ ਦਾ ਵੀ ਕੋਈ ਇਸ਼ੂ ਬਣਦਾ? ਜੀ ਜੀ, ਇਹਨਾਂ ਦਾ ਨਾ ਇਹ ਅਸਲ 'ਚ ਗੁਲਾਬੀ ਬਰੀਡ ਇਹ ਥੋੜਾ ਜਿਹਾ ਦਿਖਾਓ ਜਰਾ, ਅੱਖ 'ਚ ਪਾਣੀ ਆਇਆ ਹੈ। ਜੀ, ਇਹ ਗੁਲਾਬੀ ਬਰੀਡ 'ਚ ਜ਼ਿਆਦਾ ਮਸਲਾ ਆਉਂਦਾ ਹੈ। ਇਹਦੇ ਵੀ 3-4 ਵਜੂਹਾਤ ਹੁੰਦੀਆਂ। ਇੱਕ ਤੇ ਅਗਰ ਥੋੜੀ ਜਗ੍ਹਾ ਤੇ ਜ਼ਿਆਦਾ ਬੱਚੇ ਰੱਖੋ, ਉਹਨਾਂ ਦੇ ਪਿਸ਼ਾਬ ਦੀ ਸਮੈਲ, ਜਿਹੜੀ ਅਮੋਨੀਆ ਜਿਹੜੀ ਨਾ ਉਹ ਬਣਦੀ ਹੈ ਪਿਸ਼ਾਬ ਤੋਂ, ਉਹਦੀ ਵਜ੍ਹਾ ਤੋਂ ਵੀ ਹੋ ਜਾਂਦਾ ਮਸਲਾ। ਦੂਸਰਾ, ਇਹਨਾਂ ਨੂੰ ਇੱਕ ਗੁਲਾਬੀ ਬਰੀਡ 'ਚ ਨਾ ਜ਼ਿਆਦਾ ਅਲਰਜੀ ਕਿਸਮ ਦੀ ਨਾ ਇੱਕ ਹੈ ਮਸਲਾ। ਉਹਦੇ ਲਈ ਫਿਰ ਉਹ ਇਹਨਾਂ ਦੀ ਅੱਖਾਂ 'ਚ ਅਸੀਂ ਪਾਈਦਾ ਐਂਟੀਬਾਇਓਟਿਕ ਦਾਰੂ ਜਾਂ ਬੋਰਿਕ ਐਸਿਡ ਪਾ ਦਈਦਾ, ਤੇ ਉਹ ਰਿਕਵਰ ਹੋ ਜਾਂਦਾ। ਅੱਛਾ ਜੀ ਜੀ, ਠੀਕ ਹੋ ਗਿਆ। ਡਾਕਟਰ ਸਾਹਿਬ, ਇਹ ਤਾਂ ਹੋ ਗਿਆ ਕਿ ਤੁਸੀਂ 1 ਮਹੀਨੇ ਤੱਕ ਤੁਸੀਂ ਇਹ ਦੁੱਧ ਪਿਲਾਇਆ, ਫਿਰ ਬਾਅਦ ਵਿੱਚ ਅਗਰ ਅੱਛਾ ਜਿਨ੍ਹਾਂ ਦਾ ਦੁੱਧ ਹੈ ਬੱਕਰੀਆਂ ਦਾ, ਜੀ ਜੀ, ਉਹ ਕਿੰਨੇ ਮਹੀਨੇ ਤੱਕ ਦੁੱਧ ਪਿਲਾਣ ਤੇ ਕਿੰਨਾ ਦੁੱਧ ਪਿਲਾਣ? ਜ਼ਿਆਦਾ ਤੋਂ ਜ਼ਿਆਦਾ ਨਾ ਤੁਸੀਂ 3 ਮਹੀਨੇ ਦੁੱਧ ਪਿਲਾਣਾ ਹੁੰਦਾ ਬੱਚੇ ਨੂੰ। 3 ਮਹੀਨੇ ਦੁੱਧ ਪਿਲਾਣਾ? ਜੀ, 3 ਮਹੀਨੇ ਦੁੱਧ ਪਿਲਾਓ। ਉਸ ਤੋਂ ਬਾਅਦ ਉਹਨੂੰ ਨਾ ਤੁਸੀਂ ਹੈ ਸਟਾਰਟ ਕਰ ਦਿਓ। ਹੈ ਸਟਾਰਟ ਕਰ ਦਿਓ? ਜੀ ਜੀ, ਹੈ ਵੈਸੇ ਸਟਾਰਟ ਤੇ 10 ਦਿਨ ਤੋਂ ਬਾਅਦ ਹੀ ਹੋ ਜਾਂਦੀ, ਲੇਕਿਨ ਉਹ ਪੂਰੀ ਜਦੋਂ ਖਾ ਰਿਹਾ ਹੁੰਦਾ ਨਾ, ਉਹ 2-2.5 ਮਹੀਨੇ ਤੋਂ ਬਾਅਦ ਹੀ ਖਾਣਾ। ਇਹਨਾਂ ਦਾ ਡਾਕਟਰ ਸਾਹਿਬ ਨਿਜ਼ਾਮ ਇਸ ਕਾਬਲ ਹੋ ਜਾਂਦਾ ਵਾ ਕਿ ਇਹ ਮਤਲਬ ਘਾਹ ਪੱਠਾ ਵਗੈਰਾ ਬਰਦਾਸ਼ਤ ਕਰਨ? ਜੀ ਜੀ, ਉਹ ਘਾਹ ਪੱਠਾ ਸੁੱਕਾ ਹੋਇਆ ਦੇਣਾ ਹੀ ਇਸ ਤੋਂ ਹੁੰਦਾ ਹੈ ਕਿ ਇਹਨਾਂ ਦਾ ਜਿਹੜਾ ਨਾ ਅੰਦਰੋਂ ਰਿਊਮਨ ਡਿਵੈਲਪ ਹੋ ਜਾਏ। ਗਿੱਲਾ ਦੇ ਸਕਦੇ ਆ ਜਾਂ ਗਿੱਲਾ ਦੇਣਾ? ਗਿੱਲਾ ਨਹੀਂ ਦੇਣਾ, ਗਿੱਲੇ ਤੋਂ ਪਰਹੇਜ਼ ਕਰਨੀ ਹੈ। ਅੱਛਾ। ਗਿੱਲਾ ਦੇਣ ਨਾਲ ਨਾ ਇਹਨਾਂ 'ਚ ਇੱਕ ਤੇ ਡਾਇਰੀਆ, ਦੂਸਰਾ ਫਿਰ ਇਹ ਪੇਟ ਲਟਕਾ ਜਾਂਦੇ ਆ, ਹਾਈਟ ਨਹੀਂ ਕਰਦੇ। ਅੱਛਾ। ਕੱਦ ਨਹੀਂ ਕਰਦੇ। ਠੀਕ ਹੈ। ਸੁੱਕਾ ਲੂਸਣ ਇਹਨਾਂ ਨੂੰ ਦੇਣਾ। ਤੇ ਗਿੱਲਾ ਕਦੋਂ ਸ਼ੁਰੂ ਕਰਨਾ ਹੈ? ਗਿੱਲਾ ਇਹਨਾਂ ਨੂੰ ਅਸੀਂ ਤਕਰੀਬਨ 4 ਮਹੀਨੇ ਤੋਂ ਬਾਅਦ ਸਟਾਰਟ ਕਰ ਦੇਣਾ। ਅੱਛਾ, 4 ਮਹੀਨੇ ਤੋਂ ਬਾਅਦ? ਉਹ ਵੀ ਅਸੀਂ ਸਾਇਲੇਜ ਸਟਾਰਟ ਕਰਨਾ ਹੈ। ਘਾਹ ਪੱਠਾ ਜਿਹੜਾ ਉਹ ਅਸੀਂ ਘੱਟ ਹੀ ਪਾਉਂਦੇ ਆ, ਅਸੀਂ 4 ਮਹੀਨੇ ਤੋਂ ਬਾਅਦ ਸਾਇਲੇਜ ਸਟਾਰਟ ਕਰ ਦੇਣਾ। ਠੀਕ ਹੋ ਗਿਆ। ਹਾਂਜੀ। ਤੇ ਇਹ ਦੱਸਿਓ ਕਿ ਇਹਦੀ ਐਕਸਪੈਕਟਡ ਜਿਹੜੀਆਂ ਬਿਮਾਰੀਆਂ ਕਿਹੜੀਆਂ ਨੇ, ਔਰ ਤੁਸੀਂ ਉਹਦੀ ਵੈਕਸੀਨ ਦੱਸ ਦਿੱਤੀ ਹੈ?
ਜਿਹਦੀ ਬੱਚਿਆਂ ਵਿੱਚ ਜ਼ਿਆਦਾ ਸਭ ਤੋਂ ਪਹਿਲੇ ਮਸਲਾ ਜਿਹੜਾ ਨਾ ਉਹ ਕਲਸਟ੍ਰੀਡੀਅਲ ਇਨਫੈਕਸ਼ਨ ਦਾ ਬਣਦਾ, ਜਿਹੜਾ ਇਹ ਅਚਾਨਕ ਮਰ ਜਾਂਦੇ। ਅੱਛਾ, ਉਹਨਾਂ ਦੀ ਵੈਕਸੀਨ ਮੈਂ ਤੁਹਾਨੂੰ ਦੱਸੀ ਹੈ ਕਿ ਜਦੋਂ ਬੱਕਰੀ ਗੱਭਣ ਹੋਵੇ ਉਦੋਂ ਉਹਨੂੰ ਲਾ ਦਿਓ। ਠੀਕ ਹੈ। ਫਿਰ ਦੂਸਰੀ ਡੋਜ਼ ਜਿਹੜੀ ਬੱਚੇ ਨੂੰ ਲਾਣੀ ਉਹ ਜਦੋਂ ਇਹ 35-40 ਦਿਨ ਦਾ ਹੋ ਜਾਵੇ ਇਹਨਾਂ ਨੂੰ ਲਾ ਦਿਓ। ਠੀਕ ਹੋ ਗਿਆ। ਉਸ ਤੋਂ ਬਾਅਦ 20 ਦਿਨ ਬਾਅਦ ਦੁਬਾਰਾ ਬੂਸਟਰ ਡੋਜ਼ ਲਾ ਦਿਓ ETV ਦੀ। ਉਸ ਤੋਂ ਬਾਅਦ ਇਹ 2 ਮਹੀਨੇ ਤੇ ਜਦੋਂ ਹੋ ਜਾਣ ਫਿਰ ਇਹਨਾਂ ਨੂੰ PPR ਦੀ ਕਰ ਦਿਓ ਵੈਕਸੀਨ। ਫਿਰ ਉਸ ਤੋਂ 15-20 ਦਿਨ ਵਕਫਾ ਦੇ ਕੇ ਨਾ ਇਹਨਾਂ ਨੂੰ CCPP ਕਰ ਦਿਓ, ਨਮੂਨੀਆ ਦੀ ਵੈਕਸੀਨ। ਠੀਕ ਹੈ। ਇਹ 3 ਵੈਕਸੀਨਾਂ ਨੇ ਜਿਹੜੀਆਂ ਇਹ ਫਿਰ ਤੁਸੀਂ ਸਾਲ ਬਾਅਦ ਨਾ ETV ਰਿਪੀਟ ਕਰਨੀ ਹੈ 2 ਦਫਾ ਸਾਲ ਵਿੱਚ। ਠੀਕ ਹੈ। CCPP ਤੇ PPR ਇਹ ਸਾਲ 'ਚ 1 ਦਫਾ ਲੱਗਿਆ ਕਰਨਗੀਆਂ। ਠੀਕ ਹੋ ਗਿਆ। ਅੱਛਾ ਡਾਕਟਰ ਸਾਹਿਬ, ਇਹ ਦੱਸਿਓ ਕਿ ਇਹਨਾਂ ਦੀ ਗਰੋਥ ਵਾਸਤੇ ਸਭ ਤੋਂ ਅਹਿਮ ਚੀਜ਼ ਕੀ? ਦੁੱਧ ਸਭ ਤੋਂ ਅਹਿਮ ਚੀਜ਼ ਹੈ, ਪੱਠਾ ਸਭ ਤੋਂ ਅਹਿਮ ਚੀਜ਼ ਹੈ, ਖੁਸ਼ਕ ਲੂਸਨ ਜਿੱਦਾਂ ਤੁਸੀਂ ਕਹਿ ਰਹੇ ਹੋ, ਜਾਂ ਵੰਡਾ? ਗਰੋਥ ਵਾਸਤੇ ਸਭ ਤੋਂ ਪਹਿਲੇ ਤੇ ਇਹਨਾਂ ਦੀ ਮਾਂ ਦਾ ਦੁੱਧ ਹੈ ਉਹ ਚੰਗਾ ਹੋਣਾ ਚਾਹੀਦਾ। ਉਹ ਚੰਗਾ ਤਾਂ ਹੀ ਹੋ ਸਕਦਾ ਜੇ ਬੱਕਰੀ ਦੀ ਤਿਆਰੀ ਚੰਗੀ ਕੀਤੀ ਜਾਏਗੀ ਸੌਣ ਤੋਂ ਪਹਿਲੇ। ਉਹ ਦੁੱਧ ਤੁਸੀਂ ਇਹਨਾਂ ਨੂੰ ਪਿਲਾਣਾ ਹੈ, ਉਹਦੇ ਲਈ ਦੁੱਧ ਦੀ ਗਰੋਥ ਕਰਾਏਗਾ ਸਭ ਤੋਂ ਪਹਿਲੇ। ਉਸ ਤੋਂ ਬਾਅਦ ਤੁਸੀਂ ਜਿਹੜਾ ਨਾ ਇਹਨਾਂ ਨੂੰ ਕਿਡ ਸਟਾਰਟਰ ਜਿਹੜਾ ਨਾ ਉਹਦੇ ਤੇ ਲੈ ਆਣਾ, ਚੋਕਰ ਦਲੀਏ ਤੇ, ਤਾਂ ਕਿ ਇਹ ਨਾ ਪੇਟ ਨਾ ਲਟਕਾਣ, ਪੱਠਿਆਂ ਵਾਲੇ ਪਾਸੇ ਨਹੀਂ ਜਾਣਾ। ਅਗਰ ਸਬਜ਼ ਚਾਰਾ ਦੇਵਾਂਗੇ ਨਾ ਤੇ ਬੱਚਿਆਂ ਨੇ ਗਰੋਥ ਨਹੀਂ ਕਰਨੀ, ਗਰੋਥ ਇਹਨਾਂ ਦੀ ਰੁਕ ਜਾਣੀ ਹੈ। ਠੀਕ ਹੈ। ਸਬਜ਼ ਚਾਰੇ ਤੋਂ ਪਰਹੇਜ਼ ਕਰਨਾ ਹੈ, ਲੂਸਣ ਦੀ ਹੇ ਦੇਣੀ ਹੈ, ਔਰ ਜਿਹੜਾ ਨਾ ਦਲੀਆ ਦੇਣਾ ਹੈ। ਠੀਕ ਹੋ ਗਿਆ। ਬਹੁਤ ਬਹੁਤ ਸ਼ੁਕਰੀਆ ਜੀ, ਡਾਕਟਰ ਸਾਹਿਬ ਨੇ ਸਾਨੂੰ ਸਾਰੀ ਮਾਲੂਮਾਤ ਦਿੱਤੀ। 3 ਮਹੀਨੇ ਤਕਰੀਬਨ 6 ਮਹੀਨੇ ਦੇ ਬੱਚੇ ਤੁਸੀਂ ਇੰਜ ਅਗਰ ਸਾਂਭੋਗੇ ਜਿਵੇਂ ਡਾਕਟਰ ਸਾਹਿਬ ਨੇ ਸਾਂਭੇ ਆ, ਤੇ ਫਿਰ ਤੁਹਾਡਾ ਹੱਡ ਜਿਹੜਾ ਇੱਦਾਂ ਤਿਆਰ ਹੋਏਗਾ ਜਿੱਦਾਂ ਡਾਕਟਰ ਸਾਹਿਬ ਦਾ ਹੱਡ ਤਿਆਰ ਹੋਇਆ। ਡਾਕਟਰ ਸਾਹਿਬ ਤਕਰੀਬਨ 100 ਜਾਨਵਰ ਇਹਨਾਂ ਕੋਲੋਂ ਬਾਰ-ਬਾਰ। ਅੱਛਾ, ਪਿਛਲੀ ਵਾਰ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਜਿਹੜੀਆਂ ਬੱਕਰੀਆਂ ਜਿਹੜੀਆਂ ਨੇ 15 ਤੋਂ 20 ਦਿਨ ਬਾਅਦ ਕਿੱਦਾਂ ਜਿਹੜਾ ਦੌਰਾ ਹੀਟ ਦੇ ਡਾਕਟਰ ਸਾਹਿਬ ਲੈ ਕੇ ਆਏ ਸੀ, ਉਹਦਾ ਪ੍ਰੋਟੋਕੋਲ ਦੱਸਿਆ ਸੀ। ਇਸ ਵਾਰੀ ਡਾਕਟਰ ਸਾਹਿਬ ਨੇ ਦੱਸਿਆ ਕਿ ਬੱਚਿਆਂ ਦੀ ਕੇਅਰ ਜਿਹੜੀ ਹੈ 3 ਮਹੀਨੇ ਤੱਕ ਕਿੱਦਾਂ ਕਰਨੀ, ਕਿਉਂਕਿ 3 ਮਹੀਨੇ ਅਗਰ ਤੁਸੀਂ ਬੱਚਿਆਂ ਦੀ ਕੇਅਰ ਕਰ ਲਓ ਫਿਰ ਬੱਚਿਆਂ ਨੂੰ ਸਾਹਮਣਾ ਅੱਗੇ ਆਸਾਨ ਹੋ ਜਾਂਦਾ ਵਾ। ਤੇ ਐਸੀ ਵੀਡੀਓ ਤੁਹਾਡੇ ਵਾਸਤੇ ਖਿਦਮਤ ਵਾਸਤੇ ਪੇਸ਼ ਕੀਤੀ, ਔਰ ਉਮੀਦ ਹੈ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਥੱਲੇ ਅੱਛੇ ਕਮੈਂਟਸ ਕਰੋ ਔਰ ਸਾਨੂੰ ਇਹ ਦੱਸੋ ਕਿ ਅਗਲੀ ਵੀਡੀਓ ਕਿਸ ਬਾਰੇ ਚਾਹਣੀ ਚਾਹੀਦੀ। ਬਹੁਤ ਬਹੁਤ ਸ਼ੁਕਰੀਆ।